ਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹੇ ਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਗ ਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤਿਰ ਭਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤਰਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਜਿਉ ਬੁਲਾਵਹਿ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੁਖਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ
ਤਾਂ ਸਹਸਾ ਸਾਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਆਠ ਪਹਰ ਗੁਣ ਗਾਈ। ਗੁਰ ਪੂਰੇ ਤੇ ਪਾਈ, ਰਹਾਉ। ਪ੍ਰਭ ਕੀ ਅਕਥ ਕਹਾਣੀ, ਜਨ ਬੋਲਹਿ ਅੰਮ੍ਰਿਤ ਬਾਣੀ। ਨਾਨਕ ਦਾਸ ਬਖਾਣੀ, ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਚੌਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਰਬੱਤ ਸੰਗਤ ਜੀਓ, ਆਪ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ, ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਸ਼ਰਾਵਣ ਕੀਤੇ। ਆਪ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਆਪਣੇ ਮੁਖਾਰ ਬਿੰਦ ਤੋਂ ਪਵਿੱਤਰ ਹੁਕਮਨਾਮਾ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ। ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖ ਵਾਕ ਦੇ ਵਿੱਚ ਕੀ ਫਰਮਾਨ ਕਰ ਰਹੇ ਹਨ, ਆਪਾਂ ਸ਼ਰਾਵਣ ਕਰਦੇ ਹਾਂ। ਅੱਜ ਦਾ ਮੁਖ ਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 625 ਅੰਗ ਦੇ ਉੱਪਰ ਸੁਭਾਏਮਾਨ ਹੈ। 625 ਅੰਗ ਦੇ ਉੱਪਰੋਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਸੋਰਠ ਰਾਗਣੀ ਦੇ ਵਿੱਚੋਂ, ਜਿਸ ਦਾ ਨੰਬਰ 9ਵਾਂ ਹੈ 31 ਰਾਗਾਂ ਦੇ ਵਿੱਚੋਂ, ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰੂ ਨਾਨਕ ਦੇਵ ਸਾਹਿਬ ਜੀ ਦੇ 5ਵੇਂ ਸਵਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ। ਇਹ ਸ੍ਰੀ ਮੁਖ ਵਾਕ ਹੈ। ਮਹਾਰਾਜ ਜੀ ਇਸ ਮੁਖ ਵਾਕ ਦੇ ਪਹਿਲੇ ਤੁਕ ਦੇ ਵਿੱਚ ਹੀ ਪਰਮਾਤਮਾ ਦੇ, ਪਰਮੇਸ਼ਰ ਦੇ ਚਿੰਤਨ ਬਾਰੇ, ਨਾਮ ਸਿਮਰਨ ਦੇ ਚਿੰਤਨ ਬਾਰੇ ਦੱਸਦੇ ਹਨ। ਸੋ ਅੱਗੇ ਆ ਸ਼ਬਦ ਦੇ ਵਿੱਚ ਜੋ ਫਰਮਾਨ ਹੈ ਆਪਾਂ ਸ਼ਰਾਵਣ ਕਰਦੇ ਹਾਂ। ਕਥਾ ਸ਼ਰਾਵਣ ਕਰਨ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਾਰੇ ਰਲ ਕੇ ਬੋਲੀਏ ਸਤਿ ਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਫਰਮਾਨ ਕਰਦੇ ਹਨ, ਸੋਰਠ ਮਹੱਲਾ ਪੰਜਵਾ। ਸੋਰਠ ਰਾਗਣੀ ਮਹੱਲਾ ਪੰਜਵਾ। 5ਵੇਂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 5ਵੇਂ ਸਰੂਪ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਉਚਾਰਨ ਕਰਦੇ ਹਨ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਹੁਣ ਮਹਾਰਾਜ ਜੀ ਨੇ ਅੱਜ ਦੇ ਮੁੱਖ ਵਾਕ ਦੇ ਵਿੱਚ ਇਤਨਾ ਸੁੰਦਰ ਸਾਨੂੰ ਸ਼ਰਵਣ ਕੀਤਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਨ੍ਹਾਂ ਘਰਾਂ ਦੇ ਵਿੱਚ ਪਰਮਾਤਮਾ ਦੀ ਉਸਤਤੀ ਹੁੰਦੀ ਹੈ, ਉਹਨਾਂ ਘਰਾਂ ਦੇ ਵਿੱਚ ਵਾਹਿਗੁਰੂ ਜੀ ਦੀ ਦਇਆ ਬਖਸ਼ਦੀ ਹੈ। ਸਾਡੇ ਮਹਾਂਪੁਰਸ਼ ਇੱਕ ਵਚਨ ਕਰਿਆ ਕਰਦੇ ਸਨ, ਕਹਿੰਦੇ
जिस घर दे मनुख, घर दे विच रहण वाले जिन्ने भी लोग हन, वो अंमृत वेले जागते हैं। अंमृत वेले जाग करके इशनान करके वाहिगुरू नूं सिमरन करते हैं। कहते उन्हां घरां दे विच कोई भी घाटा नहीं रहिंदा। महापुरुष दसदे सन कि जो मनुख अंमृत वेले जाग लैंदा, बेशक इशनान नहीं हुंदा, नितनेम नहीं हुंदा, ਉਹਨੂੰ ਅੰਮ੍ਰਿਤ ਵੇਲੇ ਜਾਗਣ ਦਾ ਹੀ ਫਲ ਵੱਡਾ ਮਿਲ ਜਾਂਦਾ ਹੈ। ਕਿਉਂਕਿ ਅੰਮ੍ਰਿਤ ਵੇਲੇ ਹਰ ਇੱਕ ਧਰਮ ਦੇ ਸਥਾਨ ਦੇ ਵਿੱਚੋਂ ਅੰਮ੍ਰਿਤਮਈ ਆਵਾਜ਼ਾਂ ਆਉਂਦੀਆਂ ਹਨ, ਤੇ ਜੇ ਮਨੁੱਖ ਮੂੰਹ ਨਾਲ ਨਹੀਂ ਬੋਲੇਗਾ, ਕੰਨਾਂ ਦੇ ਵਿੱਚ ਜ਼ਰੂਰ ਉਹ ਸੁਣਨਗੀਆਂ। ਉਹਨਾਂ ਦਾ ਆਪਣਾ ਇੱਕ ਵਚਨ ਸੀ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਆਪਣੇ ਘਰ ਦਾ ਜਿਹੜਾ ਝਾੜੂ ਪੋਚਾ, ਉਦੋਂ ਝਾੜੂ ਹੀ ਹੁੰਦਾ ਸੀ, ਪੋਚੇ ਹੋਣ ਲੱਗੇ ਨੇ ਜਦੋਂ ਦੇ ਫਰਸ਼ ਹੋ ਗਏ। ਉਹ ਕਹਿੰਦੇ ਸਨ ਵੀ ਨੇਰੇ ਨੇਰੇ ਆਪਣੇ ਘਰ ਦਾ ਸਾਫ ਸਫਾਈ ਹੋਣੀ ਚਾਹੀਦੀ ਹੈ। ਤੇ ਉਹਨਾਂ ਦਾ ਬਚਨ ਸੀ ਜਿਹੜੀ ਧੂਪ ਬੱਤੀ ਹੈ ਉਹ ਤਾਰਿਆਂ ਦੀ ਛਾਵੇਂ ਛਾਵੇਂ ਹੋਵੇ। ਘਰ ਦੇ ਵਿੱਚ ਆਪਾਂ ਧੂਪ ਬੱਤੀ ਕਰਦੇ ਹਾਂ, ਜੋਤ ਲਾਉਂਦੇ ਹਾਂ, ਤੇ ਉਹ ਕਹਿੰਦੇ ਸਨ ਜਿਹੜੀ ਸ਼ਾਮ ਨੂੰ ਧੂਪ ਬੱਤੀ ਹੈ, ਜਦੋਂ ਸੰਧਿਆ ਦਾ ਸਮਾਂ ਹੁੰਦਾ, ਗੁਰਦੁਆਰਾ ਸਾਹਿਬ ਦੇ ਵਿੱਚ ਰਹਿਰਾਸ ਸਾਹਿਬ ਦੇ ਪਾਠ ਦਾ ਸਤਨਾਮ ਫਰਮਾਨ ਹੁੰਦਾ, ਤੇ ਉਦੋਂ ਘਰ ਦੇ ਵਿੱਚ ਧੂਪ ਬੱਤੀ ਹੋਣੀ ਜ਼ਰੂਰੀ ਆ। ਤੇ ਉਹਨਾਂ ਦਾ ਆਪਣਾ ਸੀ ਕਿ ਘਰ ਦੇ ਸਾਰੇ ਜਿੰਨੀਆਂ ਲਾਈਟਾਂ ਨੇ ਉਹ ਜਗਣੀਆਂ ਚਾਹੀਦੀਆਂ ਨੇ ਸੰਧਿਆ ਦੇ ਸਮੇਂ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਭਾਈ ਜਿਤ ਪਾਰ ਬ੍ਰਹਮ ਚਿਤ ਆਇਆ। ਜਿਤ ਦਾ ਮਤਲਬ ਹੈ ਸਾਰੇ ਹਿਰਦਿਆਂ ਦੇ ਵਿੱਚ, ਸਾਰੇ ਘਰਾਂ ਦੇ ਵਿੱਚ, ਸਾਰੇ ਪਰਿਵਾਰਾਂ ਦੇ ਵਿੱਚ ਵਾਹਿਗੁਰੂ ਜੀ ਚਿਤ ਆਉਂਦੇ ਹਨ, ਸੋ ਘਰ ਦਈਏ ਵਸਾਇਆ। ਉਹ ਘਰ ਪ੍ਰਮਾਤਮਾ ਦੀ ਦਇਆ ਦੇ ਪਾਤਰ ਹੋ ਜਾਂਦੇ ਹਨ। ਤੇ ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਸ ਘਰ ਦੇ ਵਿੱਚ ਚਿਤਵਣੀ ਆਇਆ ਹੈ ਉਹ ਘਰ ਦਈਏ ਪ੍ਰੇਰਕ ਪ੍ਰਭੂ ਨੇ ਹਰ ਪ੍ਰਕਾਰ ਦੇ ਸੁੱਖਾਂ ਦੇ ਨਾਲ ਵਸਾਉਣਾ ਕੀਤਾ। ਗੁਰਬਾਣੀ ਵਿੱਚ ਉਹੀ ਘਰ ਸੁੰਦਰ ਤੇ ਸ਼ੋਭਨੀਕ ਮੰਨੇ ਜਾਂਦੇ ਹਨ ਜਿਨ੍ਹਾਂ ਘਰਾਂ ਦੇ ਵਿੱਚ ਪ੍ਰਮਾਤਮਾ ਦਾ ਜਸ ਹੋ ਰਿਹਾ। ਮਹਾਰਾਜ ਜੀ ਦਾ ਫਰਮਾਨ ਹੈ, ਸੁੰਦਰ ਮੰਦਰ ਸੈਣ ਹੈ, ਜੇ ਜੈਣ ਮਧ ਹੈ ਹਰ ਕੀਰਤਨ ਹੈ। ਪਾਤਸ਼ਾਹ ਜੀ ਦਾ ਫਰਮਾਨ ਹੈ, ਕਹਿੰਦੇ ਭਾਈ ਜਿਨ੍ਹਾਂ ਘਰਾਂ ਦੇ ਉਹ ਸੁੰਦਰ ਨੇ, ਉਹ ਮੰਦਰ ਸੋਹਣੇ ਹਨ, ਜਿੱਥੇ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ, ਹਰੀ ਦਾ ਜਸ ਕੀਰਤਨ ਹੁੰਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਸ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਚੇਤੇ ਆਇਆ ਹੈ, ਉਸ ਦਾ ਹਿਰਦਾ ਰੂਪ ਘਰ ਦਇਆ ਪ੍ਰੇਰਕ ਪਰਮੇਸ਼ਰ ਨੇ ਸ਼ੁਭ ਗੁਣ ਸਤ ਸੰਤੋਖ ਆਦਿ ਨਾਲ ਵਸਾ ਦਿੱਤਾ। ਘਰ ਦਾ ਵਸਣਾ ਤੇ ਉਜੜਨਾ ਦੋ ਅਲੱਗ-ਅਲੱਗ ਘਟਨਾਵਾਂ ਨੇ। ਸੰਸਾਰ ਦੇ ਵਿੱਚ ਵਸਦੇ ਘਰਾਂ ਦੀ ਇੱਜ਼ਤ ਤੇ ਸ਼ਲਾਘਾ ਹੈ, ਜਦੋਂ ਕਿ ਉਜੜੇ ਘਰਾਂ ਦਾ ਅਪਮਾਨ ਹੈ, ਅਪਜਸ ਹੈ ਤੇ ਨਿੰਦਿਆ ਕੀਤੀ ਜਾਂਦੀ ਹੈ। ਵਸਦੇ ਘਰਾਂ ਵਿੱਚ ਚਾਨਣਾ ਹੁੰਦਾ ਤੇ ਵਸਣ ਵਾਲੇ ਘਰ ਵਿੱਚ ਰੌਣਕ ਹੁੰਦੀ ਹੈ। ਵਸਦੇ ਘਰ ਦੇ ਵਿੱਚ ਆਇਆ ਮਹਿਮਾਨ ਦੀ ਜਿਹੜੀ ਭੁੱਖ ਦੁੱਖ ਤੇ ਥਕਾਨ ਸਾਰਾ ਲੈ ਜਾਂਦਾ ਹੈ, ਉਹਨੂੰ ਵਸਦੇ ਘਰ ਦੇ ਵਿੱਚੋਂ ਸੁੱਖ ਪ੍ਰਾਪਤ ਹੁੰਦਾ ਹੈ। ਜਦੋਂ ਕਿ ਉਜੜੇ ਘਰ ਵਿੱਚ ਨਾ ਤਾਂ ਭੁੱਖ, ਨਾ ਦੁੱਖ ਤੇ ਨਾ ਹੀ ਥਕਾਨ ਦਾ ਕੋਈ ਸਾਧਨ ਹੁੰਦਾ ਲਾਉਣ ਦਾ। ਉਜੜੇ ਘਰ ਦੇ ਵਿੱਚ ਆਪਾਂ ਜਾਈਏ ਤੇ ਉੱਥੇ ਕੋਈ ਚਾਹ ਪਾਣੀ ਪ੍ਰਸ਼ਾਦਾ ਪਾਣੀ ਪੁੱਛਣ ਵਾਲਾ ਨਹੀਂ ਹੁੰਦਾ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਵਸਦੇ ਘਰ ਵਿੱਚ ਸਫਾਈ ਅਤੇ ਘਰ ਵਿੱਚ ਅਨੇਕਾਂ ਵੱਡ ਮੁੱਲੇ ਪਦਾਰਥ ਸੋਭਨੀਕ ਹੁੰਦੇ ਨੇ। ਵਸਦੇ ਘਰਾਂ ਦਾ ਕੂੜਾ ਵੀ ਉਜੜੇ ਘਰਾਂ ਦੇ ਵਿੱਚ ਸੁੱਟਿਆ ਜਾਂਦਾ ਤੇ ਉਜੜੇ ਘਰਾਂ ਦੇ ਵਿੱਚ ਗੰਦਗੀ ਦੇ ਢੇਰ ਬਣ ਕੇ ਰਹਿ ਜਾਂਦੇ ਹਨ। ਉਜੜੇ ਘਰਾਂ ਦੇ ਵਿੱਚ ਅਨੇਕਾਂ ਜੀਵ ਕੁੱਤੇ ਸੱਪ ਬਿੱਲੀਆਂ ਠੂਹੇ ਆਦਿਕ ਨਿਵਾਸ ਕਰ ਲੈਂਦੇ ਹਨ। ਉਜੜੇ ਘਰ ਤੇ ਕਈ ਵਾਰੀ ਨਜਾਇਜ਼ ਕਬਜ਼ਾ ਹੋ ਜਾਂਦਾ, ਫਿਰ ਜਿਸ ਦੇ ਕਬਜ਼ੇ ਵਿੱਚ ਜਗ੍ਹਾ ਆ ਜਾਂਦੀ ਉਹ ਛੱਡਣ ਨੂੰ ਤਿਆਰ ਨਹੀਂ, ਲੜਾਈ ਝਗੜਾ ਹੁੰਦਾ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ
ਕਿ ਘਰ ਨਾ ਉਜੜੇ, ਪਰ ਉਜੜੇ ਘਰ ਨੂੰ ਵਸਾਉਣਾ ਕਰ ਉਸ ਦੀ ਮਦਦ ਨਾਲ ਸ਼ਰੀਕਾਂ ਦਾ ਕਬਜ਼ਾ ਛੁਡਾ ਕੇ ਮੁੜ ਘਰ ਵਸਾਇਆ ਜਾਂਦਾ ਹੈ। ਇਸ ਤਰ੍ਹਾਂ ਅੰਤਸ਼ ਕਾਰਨ ਜਿਹੜਾ ਘਰ ਹੈ ਸਾਡਾ ਹਿਰਦਾ ਰੂਪੀ ਘਰ ਹੈ, ਤੇ ਇਹ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਸ਼ਰੀਕਾਂ ਨੇ ਉਜਾੜ ਦਿੱਤਾ ਤੇ ਆਪਣਾ ਕਬਜ਼ਾ ਹਮੇਸ਼ਾ ਇਸ ਘਰ ਦੇ ਉੱਪਰ ਕਰ ਲਿਆ ਹੈ। ਅੰਤਸ਼ ਕਰਨ ਵਿੱਚ ਆਸਾ ਤ੍ਰਿਸ਼ਨਾ ਦੀਆਂ ਕੁੱਤੀਆਂ ਤੇ ਈਰਖਾ ਦਵੈਸ਼ ਦੀਆਂ ਬਿੱਲੀਆਂ ਇਹਦੇ ਵਿੱਚ ਸੂ ਕਰਕੇ ਉਹਨਾਂ ਨੇ ਆਪਣੇ ਬੱਚੇ ਦੇ ਦਿੱਤੇ। ਤੇ ਇਸ ਤਰ੍ਹਾਂ ਤੇ ਉਹ ਖੋਟੇ ਵਚਨ ਬੋਲਣ ਰੂਪ ਇਹਨਾਂ ਦੇ ਬੱਚੇ ਹਨ। ਕਾਮ ਵਾਸ਼ਨਾਵਾਂ ਰੂਪ ਸਪਣੀਆਂ ਪੈਦਾ ਹੋ ਗਈਆਂ। ਅੰਤਸ਼ ਕਰਨ ਦੀ ਮੈਲ ਰੂਪ ਗੰਦਗੀ ਦਾ ਢੇਰ ਲੱਗਿਆ। ਉਸ ਉਜੜੇ ਮਕਾਨ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਆਵਤ ਪਹੀਆ ਖੁੱਦੇ ਜਾਹੇ। ਜਗਿਆਸੂ ਰੂਪ ਪ੍ਰਾਹੁਣੇ ਆਉਂਦੇ ਹਨ ਤੇ ਉਹਨਾਂ ਦੀ ਆਤਮਕ ਤ੍ਰਿਪਤੀ ਨਹੀਂ ਹੁੰਦੀ ਤੇ ਨਿਰਾਸ਼ ਹੋ ਕੇ ਮੁੜਦੇ ਨੇ। ਉਜੜੇ ਅੰਤਸ਼ ਕਾਲ ਰੂਪ ਘਰ ਵਿੱਚ ਕੋਲ ਜਗਿਆਸੂ ਸ਼ਾਂਤੀ ਰੂਪ ਨੀਂਦ ਦਾ ਸੁੱਖ ਲੈਣ ਲਈ ਆਉਂਦੇ ਹਨ, ਪਰ ਸ਼ਾਂਤੀ ਜਿਹੜੀ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਘਰ ਉਜੜਿਆ ਹੈ, ਉਸ ਦਾ ਸਤਿਕਾਰ ਨਹੀਂ, ਅਪਮਾਨ ਹੈ। ਇਸ ਲਈ ਕਾਮ ਕ੍ਰੋਧ ਆਦਿ ਸ਼ਰੀਕਾਂ ਤੋਂ ਕਬਜ਼ਾ ਛਡਾਉਣ ਲਈ ਗੁਰੂ ਬਖਸ਼ਿਸ਼ ਦਾ ਥਾਪੜਾ ਲੈ ਕਰਕੇ ਇਉਂ ਜਗਾਸੂ ਸਿੱਧੀ ਕਰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਹਾਂ ਹੋਆ ਮਾਹਰ ਪਿੰਡ ਦਾ ਵਨ ਆਂਦੇ ਪੰਜ ਸ਼ਰੀਕ ਜੀਓ, ਨਹਿਤੇ ਪੰਜ ਜੁਆਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਭਾਵ ਸਤਿਗੁਰੂ ਜੀ ਫਰਮਾਨ ਕਰਦੇ ਹਨ, ਜਿਸ ਘਰ ਦੇ ਵਿੱਚ ਦਇਆ ਵਸ ਗਈ, ਜਿਸ ਘਰ ਦੇ ਵਿੱਚ ਪਰਮਾਤਮਾ ਵਾਹਿਗੁਰੂ ਚੇਤੇ ਆ ਗਿਆ, ਤੇ ਮਹਾਰਾਜ ਜੀ ਬਾਬਾ ਕਬੀਰ ਸਾਹਿਬ ਜੀ ਇਸ ਗੱਲ ਦੀ ਗਵਾਹੀ ਭਰਦੇ ਆ, ਜਿਨ੍ਹਾਂ ਘਰਾਂ ਦੇ ਵਿੱਚ ਪਰਮਾਤਮਾ ਦੀ ਸੇਵਾ, ਪਰਮਾਤਮਾ ਦਾ ਸਿਮਰਨ ਨਹੀਂ ਹੁੰਦਾ, ਉਹਨਾਂ ਦੇ ਘਰ ਦੇ ਵਿੱਚ ਮਹਾਰਾਜ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਬੀਰ ਜਾ ਘਰ ਸਾਧਨਾ ਸੇਵੀਐ ਹੈ, ਹਰ ਕੀ ਸੇਵਾ ਨਾਹੀ, ਤੇ ਘਰ ਹਰ ਹੱਠ ਸਾਰਖੇ, ਭੂਤ ਵਸਹਿ ਤਿਨ ਮਾਹੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਨਾਸਤਿਕ ਜੀਵ ਰੂਪ ਬੇਮੁਖ ਪਾਪ ਆਤਮਾ ਨਿਵਾਸ ਕਰਦੇ ਹਨ, ਤੇ ਉਹ ਭਾਵੇਂ ਕਈ ਮਕਾਨ, ਮੰਜ਼ਲੇ, ਕੋਠੀਆਂ, ਬੰਗਲੇ ਸੰਸਾਰਕ ਪੱਖ ਵਿੱਚ ਸੁੰਦਰ ਦਿਸਦੇ ਹਨ, ਪਰ ਉਹਨਾਂ ਦੇ ਮੁਕਾਬਲੇ ਜਿਹੜੀਆਂ ਰੱਬ ਦੇ ਪਿਆਰਿਆਂ ਦੀਆਂ ਛੰਨਾਂ ਝੌਂਪੜੀਆਂ ਬਣੀਆਂ ਹਨ, ਉਹ ਕਿਤੇ ਚੰਗੀਆਂ ਹਨ। ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਬੀਰ ਜਾ ਘਰ ਸਾਧਨਾ ਸੇਵੀ ਹੈ। ਜਿਸ ਘਰ ਦੇ ਵਿੱਚ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਸੇਵਾ ਨਹੀਂ, ਰੱਬ ਦੇ ਪਿਆਰਿਆਂ ਦੇ ਵਚਨ ਵਿਲਾਸ ਨਹੀਂ ਸੁਣੇ ਜਾਂਦੇ, ਨਹੀਂ ਕਰੇ ਜਾਂਦੇ, ਹਰ ਕੀ ਸੇਵਾ ਨਾਹੀ, ਜਿਸ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਵੱਲੋਂ ਇਹ ਸ੍ਰਿਸ਼ਟੀ ਬਣਾਈ ਹੈ, ਇਸ ਦੀ ਸੇਵਾ ਨਹੀਂ, ਮਹਾਰਾਜ ਜੀ ਫਰਮਾਨ ਕਰਦੇ ਹਨ, ਤੇ ਘਰ ਹਰ ਹੱਠ ਸਾਰਖੇ, ਭੂਤ ਵਸੈ ਤਿਨ ਮਾਹੇ। ਉਹਨਾਂ ਘਰਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਐਸੇ ਜਿਹੜੇ ਜੀਵ ਹਨ, ਭੂਤਾਂ ਦੀ ਤਰ੍ਹਾਂ ਰਹਿੰਦੇ ਹਨ, ਉਹ ਘਰਾਂ ਦੇ ਵਿੱਚ ਐਸੀਆਂ ਜੀਵ ਆਤਮਾ ਦਾ ਵਾਸਾ ਹੋ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਹਿੰਦੇ ਬੇਸ਼ੱਕ ਕੋਈ ਕਿਸੇ ਘਰ ਨੂੰ ਤਿਆਰ ਕਰਨ ਵਾਸਤੇ ਉਹਦੇ ਉੱਪਰ ਕਿੰਨਾ ਹੀ ਸੋਹਣਾ ਪੱਥਰ ਮਾਰਬਲ ਲਾਇਆ ਹੋਵੇ, ਕਿੰਨਾ ਹੀ ਸੋਹਣਾ ਪੇਂਟ ਕੀਤਾ ਹੋਵੇ, ਅੰਦਰ ਕਿੰਨਾ ਹੀ ਲੱਕੜੀ ਦਾ ਕੰਮ ਸੁੰਦਰ ਕਰਵਾਇਆ ਹੋਵੇ, ਪਰ ਮਹਾਰਾਜ ਜੀ ਫਰਮਾਨ ਕਰਦੇ ਹਨ, ਕਬੀਰ ਸੰਤਨ ਕੀ ਝੁੰਗੀਆਂ ਭਲੀ, ਭੱਠ ਕੋ ਸਤੀ ਗਾਓ, ਆਗ ਲੱਗੋ ਤੇ ਧੌਲ ਹਰ, ਜੇ ਨਾਹੀ ਹਰ ਕੋ ਨਾਮ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਬੀਰ ਸਾਹਿਬ ਜੀ ਕਹਿੰਦੇ ਉਸ ਨੂੰ ਤਾਂ ਸੰਤਾਂ ਦੀਆਂ ਜਿਹੜੀਆਂ ਝੁੰਗੀਆਂ ਨੇ ਉਹ ਬਹੁਤ ਸੁੰਦਰ ਨੇ, ਕਿਉਂਕਿ ਸੰਤਾਂ ਦੀਆਂ ਝੁੱਗੀਆਂ ਦੇ ਵਿੱਚੋਂ ਤਾਂ ਰਾਮ ਨਾਮ ਦਾ ਆਵਾਜ਼ਾ ਆਉਂਦਾ ਹੈ, ਪਰ ਸਾਖਤਾਂ ਦੇ ਮਹਿਲਾਂ ਘਰਾਂ ਦੇ ਵਿੱਚੋਂ ਗੰਦੇ ਗੀਤਾਂ ਦਾ ਸੁਣਾਈ ਦਿੰਦਾ ਹੈ। ਆਪ ਜੀ ਨੇ ਦੇਖਿਆ ਹੋਵੇਗਾ, ਜਦੋਂ ਆਪਾਂ ਕਿਸੇ ਘਰ ਦੇ ਅੱਗੋਂ ਦੀ ਟੱਪਦੇ ਹਾਂ ਤੇ ਕਈ ਘਰਾਂ ਦੇ ਵਿੱਚ ਗੁਰਬਾਣੀ ਲੱਗੀ ਸ਼ਰਾਵਣ ਹੁੰਦੀ ਹੈ, ਤੇ ਕਈ ਘਰਾਂ ਦੇ ਵਿੱਚ ਗੰਦੇ ਗੀਤ ਡੌਂ ਡੌਂ ਵੱਜਦੇ ਹਨ। ਹੁਣ ਉਹ ਗੱਲ ਇੱਥੇ ਮਹਾਰਾਜ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ,
ਕਹਿੰਦੇ ਰੱਬ ਦੇ ਪਿਆਰਿਆਂ ਦੀਆਂ ਜਿਹੜੀਆਂ ਝੁੱਗੀਆਂ ਨੇ ਉਹ ਭਲੀਆਂ ਨੇ। ਭੱਠ ਕੁਸਤੀ ਗਾਉ ਐਸਾ ਬੁਰਾ ਗਾਮ, ਐਸਾ ਬੁਰਾ ਪਿੰਡ। ਭੱਠੇ ਦੀ ਅੱਗ ਦੀ ਤਰ੍ਹਾਂ, ਜਿਵੇਂ ਭੱਠੇ ਦੇ ਵਿੱਚ ਅੱਗ ਹਜ਼ਾਰਾਂ ਮਣ ਕੋਲੇ ਨੂੰ ਜਲਾ ਕਰਕੇ ਜਲਾਈ ਜਾਂਦੀ ਹੈ, ਮਚਾਈ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਆਗ ਲੱਗੋਂ ਤੇ ਧੌਲ ਹਰ। ਉਸ ਧੌਲ ਹਰ ਦਾ ਮਤਲਬ ਹੈ ਸ਼ਹਿਰ, ਪਿੰਡ, ਨਗਰ। ਉਸ ਧੌਲ ਦੇ ਵਿੱਚ ਅੱਗ ਲੱਗ ਜਾਵੇ, ਜਿਹ ਨਾਹੀ ਹਰ ਕੋ ਨਾਉ। ਜਿੱਥੇ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਨਹੀਂ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਾਝ ਰਾਗ ਦੇ ਵਿੱਚ ਫੁਰਮਾਨ ਕਰਦੇ ਹਨ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ ਛੋਇਨ ਚੌਬਾਰੇ। ਮਹਾਰਾਜ ਜੀ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਨਾ, ਉਹ ਅਸਥਲ, ਅਸਥਲ ਦਾ ਮਤਲਬ ਹੈ ਧਰਤੀ। ਧਰਤੀ ਸੋਇਨ ਚੌਬਾਰੇ, ਜਿਹਨੂੰ ਆਪਾਂ ਚੁਬਾਰਾ ਕਹਿੰਦੇ ਆ। ਘਰ ਦੇ ਉੱਪਰ ਇੱਕ ਮਕਾਨ ਬਣਾ ਲਿਆ, ਕਮਰਾ ਪਾ ਲਿਆ, ਕਮਰੇ ਦੇ ਉੱਪਰ ਚੁਬਾਰਾ ਪਾ ਦਿੱਤਾ। ਤੇ ਮਹਾਰਾਜ ਜੀ ਫੁਰਮਾਨ ਕਰਦੇ ਹਨ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਜਿੱਥੇ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਸਿਮਰਨ ਕੀਤਾ ਜਾਂਦਾ ਹੈ, ਸੇ ਅਸਥਿਲ ਚੋਹ ਸੋਹਣ ਚੁਬਾਰੇ। ਉਹ ਘਰਾਂ ਥਾਂ ਧਰਤੀ ਦੇ ਬਣੇ ਉੱਪਰ ਘਰ ਮਕਾਨ ਸੋਹੰਦੇ ਹਨ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਨਾ, ਉਹ ਜਿਹੜਾ ਨਗਰ ਹੈ, ਧਰਤੀ ਹੈ, ਅਸਥਾਨ ਹੈ, ਉਹ ਉਜਾੜ ਦੀ ਤਰ੍ਹਾਂ ਹੈ। ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਪ੍ਰਭੂ ਦੇ ਪਿਆਰੇ ਨਾਮ ਦਾ ਜਾਪ ਕਰਦੇ ਹਨ ਉਹ ਅਸਥਾਨ ਸੋਨੇ ਦੇ ਚੁਬਾਰਿਆਂ ਦੀ ਨਿਆਈ ਸੋਭਨੀਕ ਹੈ। ਸੋਭਨੀਕ ਚੁਬਾਰਿਆਂ ਦੀ ਨਿਆਈ, ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਉਹ ਵਸਦਾ ਹੋਇਆ ਨਗਰ ਵੀ ਉਜਾੜ ਦੀ ਤਰ੍ਹਾਂ ਹੈ। ਬਾਬਾ ਕਬੀਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ, ਕਬੀਰ ਜਹ ਜਹ ਹਉ ਫਿਰਿਓ, ਕੌਤਕ ਠਾਉ ਠਾਏ, ਇਕ ਰਾਮ ਸਨੇਹੀ ਬਾਹਰਾ, ਉਜਰ ਮੇਰੇ ਭਾਏ। ਬਾਬਾ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਹਿੰਦੇ ਮੈਂ ਸੰਗਣੀ ਵਸੋਂ ਵੀ ਉਜਾੜ ਦੀ ਤਰ੍ਹਾਂ ਦੇਖੀ ਹੈ, ਕਿਉਂਕਿ ਉੱਥੇ ਰੱਬ ਦਾ ਨਾਮ ਤਾਂ ਹੈ ਨਹੀਂ। ਮਹਾਰਾਜ ਜੀ ਫਰਮਾਨ ਕਰਦੇ ਹਨ, ਮੈਂ ਧਰਤੀ ਦੇ ਚਾਰ ਸਪੇਰੇ ਕੋਨਿਆਂ ਦੇ ਉੱਪਰ ਫਿਰ ਕੇ ਆਇਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜਹਾਂ ਜਹਾਂ ਹਉ ਫਿਰਿਓ, ਕੌਤਕ ਠਾਉ ਠਾਏ। ਕਹਿੰਦੇ ਸਾਰੇ ਥਾਵੇਂ ਇਹੀ ਕੌਤਕ ਚੱਲਦੇ ਨੇ, ਕਿਤੇ ਲੜਾਈ ਝਗੜਿਆ, ਕਿਤੇ ਗੰਦੇ ਗੀਤ, ਕਿਤੇ ਖੜਮਸਤੀਆਂ, ਇਹ ਚੀਜ਼ਾਂ ਚੱਲ ਰਹੀਆਂ ਨੇ। ਮਹਾਰਾਜ ਜੀ ਕਹਿੰਦੇ ਇੱਕ ਰਾਮ ਸਨੇਹੀ ਬਾਹਰਾ, ਮੇਰੇ ਵਾਸਤੇ ਇੱਕ ਪਰਮਾਤਮਾ ਦੇ ਸਨੇਹ ਕਰਨ ਵਾਲੇ ਰੱਬ ਦੇ ਪਿਆਰੇ ਮੈਨੂੰ ਚਾਹੀਦੇ ਨੇ। ਬਾਕੀ ਤਾਂ ਉਜਰ ਮੇਰੇ ਭਾਏ, ਬਾਕੀ ਜਿੰਨੀ ਧਰਤੀ ਵਸਦੀ ਹੈ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਭਾਵੇਂ ਤਾਂ ਉਹ ਉਜਾੜ ਹੈ, ਉਹਨਾਂ ਨੇ ਉਜਾੜ ਦਾ ਦਰਜਾ ਦਿੱਤਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਉਹ ਦੁਸ਼ਮਣ ਪਰਮੇਸ਼ਰ ਦੀ ਸ਼ਕਤੀ ਨਾਲ ਸੇਵਾ ਵਿੱਚ ਲੱਗ ਗਏ, ਜਿਨ੍ਹਾਂ ਨੇ ਕਦੇ ਰੱਬ ਦੇ ਪਿਆਰਿਆਂ ਨੂੰ ਇਹ ਕਿਹਾ ਸੀ ਕਿ ਇਹ ਸਾਰਾ ਦਿਨ ਹੀ ਨਾਮ ਜਪਦਾ ਰਹਿੰਦਾ, ਇਹ ਸਾਰਾ ਦਿਨ ਹੀ ਗੁਰਬਾਣੀ ਪੜ੍ਹਦਾ ਰਹਿੰਦਾ ਹੈ, ਕਿਤੇ ਟਿਕਦਾ ਹੀ ਨਹੀਂ, ਗੁਰਬਾਣੀ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਉਹਨਾਂ ਤੇ ਵੀ ਕਿਰਪਾ ਕਰਤੀ ਪ੍ਰਮਾਤਮਾ ਨੇ, ਸਗਲ ਦੂਤ ਮੇਰੀ ਸੇਵਾ ਲਾਏ। ਸਾਰੇ ਜਿਹੜੇ ਦੂਤ ਸੀ ਉਹ ਸੇਵਾ ਦੇ ਵਿੱਚ ਲੱਗ ਜਾਂਦੇ ਹਨ ਗੁਰੂ ਦੀ ਕਿਰਪਾ ਦੇ ਵਿੱਚ। ਮਹਾਰਾਜ ਜੀ ਫਰਮਾਨ ਕਰਦੇ ਹਨ ਗੌੜੀ ਸੁਖਮਣੀ ਅੰਦਰ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਸਭ ਕੁਝ ਦਾ ਮੁੱਢ ਕੇਵਲ ਪਰਮਾਤਮਾ ਦਾ ਚਿੰਤਨ ਹੈ। ਇਸ ਲਈ ਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਅੰਤਸ਼ਕਰਨ ਦਾ ਵਿੱਚ ਉਸ ਦਾ ਸਿਮਰਨ ਤੇ ਚਿੰਤਨ ਹੈ, ਉਹ ਅੰਤਸ਼ਕਰਨ ਰੂਪ ਘਰ ਕਰਤੇ ਪੁਰਖ ਨੇ ਸ਼ੁਭ ਗੁਣਾਂ ਦੇ ਨਾਲ ਵਸਾ ਦਿੱਤਾ ਤੇ ਘਰ ਗਿਆਨ ਦਾ ਪ੍ਰਕਾਸ਼ ਕੀਤਾ, ਤੇ ਫਿਰ ਸਤ ਸੰਦੋਖ ਆਦਿ ਗੁਣਾਂ ਦੀ ਰੌਣਕ ਹੋ ਜਾਂਦੀ ਹੈ। ਫਿਰ ਅੰਤਸ਼ਕਰਨ ਰੂਪ ਘਰ ਵਿੱਚ ਪਾਪਾਂ ਦੀ ਮੈਲ ਦੂਰ ਕਰਕੇ ਸਫਾਈ ਕੀਤੀ। ਘਰ ਵਿੱਚ ਵੈਰਾਗ ਵਿਵੇਕ ਆਦਿਕ ਵੱਡ ਮੁੱਲੇ ਜਿਹੜੇ ਪਦਾਰਥ ਹਨ ਉਹ ਸੋਭਨੀਕ ਹੋ ਜਾਂਦੇ ਨੇ। ਇਸ ਤਰ੍ਹਾਂ ਕਰਤੇ ਪੁਰਖ ਨੇ ਉਜੜੇ ਅੰਤਸ਼ਕਰਨ ਦੇ ਰੂਪ ਘਰ ਨੂੰ ਵੀ ਵਸਾਇਆ ਹੈ,
ਜਿੱਥੇ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਿਆ ਜਾਣ ਲੱਗ ਪਿਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਆਪਣੀਆਂ ਉਦਾਸੀਆਂ ਦੇ ਉੱਪਰ ਗਏ, ਸੰਗਤਾਂ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ, ਮਹਾਰਾਜ ਇਸ ਨਗਰ ਦੇ ਵਿੱਚ ਇੱਕ ਸੱਜਣ ਨਾਮ ਦਾ ਬੰਦਾ ਰਹਿੰਦਾ। ਪਾਤਸ਼ਾਹ ਉਹਨੇ ਬੜਾ ਸੋਹਣਾ ਮਹਿਲ ਬਣਾਇਆ, ਕਮਰੇ ਬਣਾਏ, ਸਰਾਂ ਬਣਾਈ ਹੋਈ ਹੈ, ਤੇ ਉਹ ਬੜਾ ਸੋਹਣਾ ਸੁੰਦਰ ਛਕਣ ਵਾਸਤੇ ਭੋਜਨ ਵੀ ਦਿੰਦਾ। ਪਰ ਭੋਜਨ ਦੇ ਵਿੱਚ ਉਹ ਕੁਝ ਐਸੀਆਂ ਚੀਜ਼ਾਂ ਮਿਲਾ ਦਿੰਦਾ, ਭੋਜਨ ਛਕਣ ਵਾਲੇ ਦੀ ਮੌਤ ਹੋ ਜਾਂਦੀ ਹੈ। ਬਾਅਦ ਦੇ ਵਿੱਚ ਜੋ ਉਹਦਾ ਸਮਾਨ ਹੁੰਦਾ ਉਹਨੂੰ ਲੁੱਟ ਲੈਂਦਾ, ਤੇ ਉਹਦਾ ਜਿਹੜਾ ਮ੍ਰਿਤਕ ਸਰੀਰ ਹੁੰਦਾ ਉਹਨੂੰ ਲੇਖੇ ਲਾ ਦਿੰਦਾ। ਮਹਾਰਾਜ ਜੀ ਕਿਰਪਾ ਕਰਕੇ ਸੱਜਣ ਠੱਗ ਦੀ ਸਰਾਂ ਦੇ ਵਿੱਚ ਨਾ ਜਾਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਸੰਸਾਰ ਦੇ ਵਿੱਚ ਆਈ ਮੇਰੇ ਵਰਗੇ ਨਿਕੰਮਿਆਂ ਦਾ ਉਧਾਰ ਕਰਨ ਵਾਸਤੇ, ਪਾਪੀਆਂ ਦਾ ਉਧਾਰਨ ਕਰਨ ਵਾਸਤੇ ਆਈ। ਪਾਤਸ਼ਾਹ ਜੀ ਉੱਥੇ ਉੱਥੇ ਚੱਲ ਕੇ ਗਏ ਜਿੱਥੇ ਜਿੱਥੇ ਲੋਕਾਂ ਨੇ ਉਹਨਾਂ ਦਾ ਨਾਮ, ਜਿਵੇਂ ਕੌਡੇ ਦਾ ਨਾਮ ਰਾਖਸ਼ ਪਾ ਦਿੱਤਾ ਸੀ, ਸੱਜਣ ਦਾ ਨਾਮ ਠੱਗ ਪੈ ਗਿਆ ਸੀ, ਤੇ ਉਹਨਾਂ ਥਾਵਾਂ ਤੇ ਮਹਾਰਾਜ ਗਏ ਜਿੱਥੇ ਜਿੱਥੇ ਐਸੇ ਲੋਕ ਵਸਦੇ ਸਨ ਜਿਹੜੇ ਆਪ ਪਹਿਲਾਂ ਔਖੇ ਹੋਏ ਤੇ ਫਿਰ ਬਾਅਦ ਲੋਕਾਂ ਨੂੰ, ਸੰਸਾਰ ਨੂੰ ਵੀ ਔਖਾ ਕਰਨ ਲੱਗ ਪਏ। ਮਹਾਰਾਜ ਜੀ ਉਹ ਸੱਜਣ ਦੇ ਘਰ ਗਏ ਜਿਸ ਨੂੰ ਲੋਕੀ ਠੱਗ ਕਹਿੰਦੇ ਸਨ। ਸੱਜਣ ਨੇ ਦੇਖਿਆ ਵੀ ਇਹ 2-3 ਬੰਦੇ ਹਨ, ਤੇ ਇਹਨਾਂ ਦੇ ਕੋਲ ਲੱਗਦਾ ਵੀ ਕੋਈ ਦੇਖਣੀ ਪਾਖਣੀ ਤੋਂ ਲੱਗਦੇ ਨੇ ਵੀ ਇਹਨਾਂ ਕੋਲ ਮਾਲ ਬਹੁਤਾ ਹੋਵੇਗਾ, ਕੋਈ ਸੁਦਾਗਰ ਲੱਗਦੇ ਨੇ। ਦੇਖ ਇਹਨਾਂ ਕੋਲ ਰਬਾਬ ਵੀ ਆ, ਵਜਾਉਣ ਵਾਲਾ ਸਾਜ਼ ਆ, ਤੇ ਆਪਦਾ ਗਾਉਣਾ ਵਜਾਉਣਾ ਵੀ ਕਰਦੇ ਹੋਣਗੇ ਮਨ ਪਰਚਾਉਣ ਵਾਸਤੇ। ਸੱਜਣ ਨੇ ਆਪਦੇ ਮਨ ਦੇ ਵਿੱਚ ਇਹ ਕਿਆਸ ਰਾਈਆਂ ਲਾ ਰਿਹਾ, ਤੇ ਅੱਜ ਤਾਂ ਆਪਾਂ ਨੂੰ ਚੰਗਾ ਜਿਹੜਾ ਪੰਜਾਬੀ 'ਚ ਆਪਾਂ ਕਹਿ ਦਈਏ ਵੀ ਸ਼ਿਕਾਰ ਮਿਲਿਆ, ਤੇ ਅੱਜ ਤਾਂ ਇਹਨਾਂ ਕੋਲ ਵਾਹ ਮਾਲ ਹੋਵੇਗਾ। ਮਹਾਰਾਜ ਜੀ ਦੀ ਆਓ ਭਗਤ ਕੀਤੀ, ਕਿਹਾ ਤੁਹਾਨੂੰ ਇਹ ਕਮਰਾ ਦਿੱਤਾ ਜਾਣਾ, ਇੱਥੇ ਆਰਾਮ ਕਰਨਾ, ਪਹਿਲਾਂ ਆਪਣਾ ਸਮਾਨ ਰੱਖ ਲਓ, ਇਸ਼ਨਾਨ ਪਾਣੀ ਕਰੋ, ਫਿਰ ਭੋਜਨ ਤਿਆਰ ਹੋਵੇਗਾ, ਭੋਜਨ ਛਕੋ। ਮਹਾਰਾਜ ਜੀ ਨੇ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਭੋਜਨ ਆਇਆ ਤੇ ਸੱਜਣ ਨੂੰ ਸੱਦ ਲਿਆ ਕੋਲੇ। ਮਹਾਰਾਜ ਕਹਿਣ ਲੱਗੇ, ਸੱਜਣਾ ਇਹ ਦੱਸ ਤੈਨੂੰ ਠੱਗ ਕਿਉਂ ਕਿਹਾ ਜਾਂਦਾ ਹੈ? ਆਖੋ ਸਤਨਾਮ। ਠੱਗ ਕਿਉਂ ਕਿਹਾ ਜਾਂਦਾ ਹੈ? ਉਹ ਕਹਿਣ ਲੱਗਾ, ਮਹਾਰਾਜ ਕੌਣ ਕਹਿੰਦਾ ਮੈਨੂੰ ਠੱਗ? ਤੁਹਾਨੂੰ ਕਿਸੇ ਨੇ ਐਵੇਂ ਕਹਿ ਦਿੱਤਾ। ਪਾਤਸ਼ਾਹ ਜੀ ਕਹਿੰਦੇ ਜਿਹੜੇ ਭੋਜਨ ਦੇ ਵਿੱਚ ਵਿਸ਼ ਮਿਲਾਇਆ ਹੈ ਠੱਗ ਦੀ ਉਹ ਨਿਸ਼ਾਨੀ ਹੈ। ਆਖੋ ਸਤਨਾਮ। ਕਈ ਵਾਰੀ ਭੋਜਨ ਦੇ ਵਿੱਚ ਵੀ ਵਿਸ਼ ਹੁੰਦੀ ਹੈ, ਕਈ ਵਾਰੀ ਮੇਰੇ ਵਰਗੇ ਦੇ ਬਚਨਾਂ ਦੇ ਵਿੱਚ, ਗੱਲਾਂ 'ਚ ਵੀ ਵਿਸ਼ ਘੁਲੀ ਹੁੰਦੀ ਹੈ, ਗੱਲਾਂ ਦੇ ਵਿੱਚ ਵੀ ਜ਼ਹਿਰ ਘੁਲੀ ਹੁੰਦੀ ਹੈ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਹ ਕਿਹਾ, ਸੱਜਣਾ ਨਾਮ ਤੇਰਾ ਬੜਾ ਸੁੰਦਰ ਹੈ ਸੱਜਣ। ਗੁਰਬਾਣੀ ਦੇ ਵਿੱਚ ਵੀ ਸੱਜਣ ਕਈ ਵਾਰੀ ਆਇਆ। ਪਾਤਸ਼ਾਹ ਜੀ ਕਹਿਣ ਲੱਗੇ, ਜੇ ਨਾ ਸੱਜਣਾ ਵਾਲਾ ਨਾ, ਫਿਰ ਕੰਮ ਠੱਗਾਂ ਵਾਲੇ ਛੱਡ ਕੇ ਸੱਜਣ ਬਣਨਾ ਕਰ। ਆਖੋ ਸਤਨਾਮ। ਜਦੋਂ ਪਾਤਸ਼ਾਹ ਜੀ ਨੇ ਵਚਨ ਕੀਤੇ, ਆਪਣੀ ਦਿਵ ਦ੍ਰਿਸ਼ਟੀ ਦੇਖੀ ਸੱਜਣ ਕਰਨੀ, ਸੱਜਣ ਨੇ ਪਾਤਸ਼ਾਹ ਜੀ ਦੇ ਪੈਰ ਫੜ ਲਏ, ਚਰਨ ਫੜ ਲਏ। ਮਹਾਰਾਜ ਮੈਂ ਠੱਗ ਬਣਨ ਵਾਸਤੇ ਤਾਂ ਬੜੇ ਉਪਰਾਲੇ ਕੀਤੇ, ਪਰ ਮੈਨੂੰ ਕਿਸੇ ਨੇ ਸੱਜਣ ਬਣਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ। ਪੱਕਾ ਸੱਜਣ, ਤੇ ਹੁਣ ਆਪ ਜੀ ਕਿਰਪਾ ਕਰ ਦਿਓ, ਮੇਰਾ ਨਾਮ ਸੱਜਣ ਹੈ ਤੇ ਮੈਂ ਸੱਜਣ ਹੀ ਬਣ ਜਾਵਾਂ। ਪਾਤਸ਼ਾਹ ਜੀ ਦੇ ਚਰਨ ਫੜ ਕਰਕੇ ਸੱਜਣ ਠੱਗ ਨੇ ਜਦੋਂ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ, ਆਪਣੇ ਅੱਖਾਂ ਦੇ ਹੰਝੂਆਂ ਦੇ ਨਾਲ ਮਹਾਰਾਜ ਜੀ ਦੇ ਚਰਨ ਧੋ ਦਿੱਤੇ। ਫਿਰ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਆ ਜਾ
ਹੁਣ ਅਸੀਂ ਤੈਨੂੰ ਸੱਜਣ ਬਣਾ ਦਈਏ। ਫਿਰ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ, ਸੱਜਣ ਦੇ ਉੱਪਰ ਮਿਹਰਮਤ ਕੀਤੀ, ਮੇਰਾ ਬਖਸ਼ਾਈਆਂ। ਉਹਦਾ ਜਿਹੜਾ ਠੱਗਾਂ ਵਾਲਾ ਸੁਭਾਅ ਕੀਤਾ ਛੁਡਾ ਕਰਕੇ ਪਾਤਸ਼ਾਹ ਜੀ ਨੇ ਫਿਰ ਸੱਜਣ ਬਣਾ ਦਿੱਤਾ। ਕਹਿ ਦਿੱਤਾ ਕਿ ਇਹ ਤੇਰੀ ਸਰਾਂ ਧਰਮਸ਼ਾਲਾ ਬਣੀ ਹੈ, ਹੁਣ ਇਹਦੇ ਵਿੱਚ ਇਹ ਉਡੀਕ ਨਾ ਕਰਿਆ ਕਰ ਕਿ ਕੋਈ ਚੰਗੇ ਮਾਲ ਵਾਲਾ ਆਵੇ ਇੱਥੇ, ਉਹ ਮਾਲ ਮੈਨੂੰ ਮਿਲੇ ਤੇ ਮੈਂ ਉਹਨੂੰ ਖਪਾ ਦੇਵਾਂ। ਹੁਣ ਉਡੀਕ ਕਰਿਆ ਕਰ, ਜਿਹੜਾ ਆਪਾਂ ਅਰਦਾਸ ਦੇ ਵਿੱਚ ਬੋਲਦੇ ਹਾਂ ਨਾ, ਸਈ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਰਾਜ ਜੀ ਕਹਿੰਦੇ ਇਹ ਉਡੀਕਿਆ ਕਰ ਕੋਈ ਐਸਾ ਗੁਰਮੁਖ ਪਿਆਰਾ ਆ ਜਾਵੇ ਜਿਹਦੇ ਨਾਲ ਵਹਿ ਕਰਕੇ 2 ਘੜੀਆਂ ਸਤਸੰਗ ਕਰ ਲਈਏ। ਮਹਾਰਾਜ ਜੀ ਕਹਿੰਦੇ ਹੁਣ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ, ਜਪਜੀ ਸਾਹਿਬ ਦਾ ਪਾਠ ਗੁਰਬਾਣੀ ਦੇ ਗਾਇਨ ਹੋਣਗੇ, ਸ਼ਾਮ ਨੂੰ ਸੰਧਿਆ ਨੂੰ ਵੀ ਇਹ ਗੁਰਬਾਣੀ ਦਾ ਗਾਇਨ ਹੋਵੇਗਾ। ਆਏ ਹੋਏ ਦੀ ਲੰਗਰ ਦੇ ਨਾਲ ਸੇਵਾ ਕਰਨੀ ਹੈ। ਸੱਜਣ ਨੇ ਹੱਥ ਬੰਨੇ, ਮਹਾਰਾਜ ਜੀ ਨੇ ਉਹਦੇ ਸਾਰੇ ਜਿਹੜੇ ਬੜੇ ਸਨ ਉਹਦੇ ਵਿੱਚ ਐਸੀਆਂ ਕਵਿਧਾਂ ਉਹ ਦੂਰ ਕਰ ਦਿੱਤੀਆਂ। ਹੁਣ ਸੱਜਣ ਠੱਗ ਨਹੀਂ, ਹੁਣ ਸੱਜਣ ਮਿੱਤਰ ਕਰਕੇ ਸੰਸਾਰ ਦੇ ਵਿੱਚ ਗੁਜ਼ਰ ਰਿਹਾ। ਤੇ ਪਾਤਸ਼ਾਹ ਜੀ ਨੇ ਉਹਦੇ ਉੱਤੇ ਕਿਰਪਾ ਕਰਦੇ ਆ, ਉਹਨੂੰ ਇੱਕ ਪ੍ਰਚਾਰਕ ਧਰਮਸ਼ਾਲਾ ਬਣਾ ਕੇ ਦੇ ਦਿੱਤੀ। ਇੱਕ ਪ੍ਰਚਾਰਕ ਬਣ ਕੇ ਸੱਜਣ ਹੁਣ ਗੁਰੂ ਦਾ ਉਪਦੇਸ਼ ਕਮਾ ਰਿਹਾ ਹੈ ਤੇ ਨਾਲ ਦੂਸਰਿਆਂ ਨੂੰ ਵੀ ਇਹ ਦ੍ਰਿੜ ਕਰਵਾ ਰਿਹਾ ਹੈ ਕਿ ਲੋਕੋ, ਜਿਹੜੇ ਮੈਂ ਇਦੋਂ ਪਹਿਲਾਂ ਜ਼ਿੰਦਗੀ 'ਚ ਕੰਮ ਕਰੇ ਤੇ ਉਹ ਮੇਰੇ ਕਿਸੇ ਕੰਮ ਨਾ ਆਏ, ਪਰ ਜਿਹੜੇ ਜ਼ਿੰਦਗੀ ਦੇ ਵਿੱਚ ਮੈਂ ਹੁਣ ਕਾਰਜ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਾਇਆ ਤੇ ਮੈਨੂੰ ਪਤਾ ਲੱਗਣ ਲੱਗ ਪਿਆ ਕਿ ਲੋਕ ਪਹਿਲਾਂ ਮੈਥੋਂ ਕਿੰਨੀ ਨਫ਼ਰਤ ਕਰਦੇ ਸੀ, ਪਰ ਹੁਣ ਲੋਕ ਮੈਨੂੰ ਕਿੰਨਾ ਪਿਆਰ ਕਰਦੇ ਨੇ, ਮੇਰੇ ਨਾਲ ਕਿੰਨੇ ਖੜਦੇ ਨੇ, ਕਿੰਨੇ ਲੋਕ ਮੇਰੇ ਸਥਾਨ ਦੇ ਉੱਪਰ ਆਉਂਦੇ ਹਨ। ਸੋ ਪਾਤਸ਼ਾਹ ਜੀ ਦਾ ਇਹ ਹੁਕਮ ਹੈ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਜਿਸ ਘਰ ਦੇ ਵਿੱਚ ਪਾਰ ਬ੍ਰਹਮ ਪਰਮਾਤਮਾ ਵਾਹਿਗੁਰੂ ਚਿਤ ਆਉਂਦਾ, ਵਾਹਿਗੁਰੂ ਜਿਸ ਘਰ ਦੇ ਵਿੱਚ ਉਸ ਦਾ ਨਾਮ ਪ੍ਰਕਾਸ਼ ਹੁੰਦਾ ਹੈ ਤੇ ਉਸ ਘਰ ਦੇ ਵਿੱਚ ਦਇਆ ਹੀ ਦਇਆ ਪੈਦਾ ਹੋ ਜਾਂਦੀ ਹੈ। ਜਿਵੇਂ ਸੱਜਣ ਨੂੰ ਠੱਗ ਕਿਹਾ ਜਾਂਦਾ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਚਰਨ ਪਾਏ ਤੇ ਉਹ ਮਿੱਤਰਾਂ ਦਾ ਵੀ ਮਿੱਤਰ ਬਣ ਗਿਆ, ਸੰਤ ਬਣ ਕੇ ਸੱਜਣ ਸੰਤ ਬਣ ਗਿਆ। ਸੋ ਆਪਣੇ ਘਰਾਂ ਦੇ ਵਿੱਚ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਪਹਿਲਾਂ ਸਾਧਨ ਨਹੀਂ ਹੁੰਦੇ ਸੀ ਨਾ, ਮੈਂ ਦੇਖਦਾ ਸੁਣਦਾ ਸਾਡੇ ਬਜ਼ੁਰਗਾਂ ਕੋਲੇ ਇੱਕ ਖਬਰਾਂ ਵਾਲਾ ਰੇੜੂਆ ਹੁੰਦਾ, ਸ਼ਾਮ ਨੂੰ ਉਡੀਕ ਹੁੰਦੀ ਕਿ ਅੰਮ੍ਰਿਤਸਰ ਤੋਂ ਗੁਰਬਾਣੀ ਕਦੋਂ ਆਵੇ, ਟਾਈਮ ਕੰਨੀ ਦੇਖੀ ਜਾਣਾ ਵੀ ਕਦੋਂ ਕੀਰਤਨ ਚੱਲੂਗਾ। ਫਿਰ ਚੱਲਦਾ ਕੀਰਤਨ, ਫਿਰ ਜਦੋਂ ਬਜ਼ੁਰਗ ਸਪੀਕਰ ਰੇਡੂਆ ਲਾ ਕਰਕੇ ਕਾਂਸ ਦੇ ਉੱਪਰ ਉੱਚੀ ਥਾਂ ਤੇ ਰੱਖ ਦਿੰਦੇ ਨਾ, ਸਾਰੇ ਘਰ ਦੇ ਵਿੱਚ ਅੰਮ੍ਰਿਤ ਵਰਸਣ ਲੱਗ ਜਾਂਦਾ ਸੀ ਉਸ ਗੁਰਬਾਣੀ ਦੇ ਕੀਰਤਨ ਦੇ ਨਾਲ। ਅੰਮ੍ਰਿਤ ਵੇਲੇ 4 ਵਜੇ ਉਦੋਂ ਪਹਿਲਾਂ ਉੱਠ ਖੜ੍ਹਦੇ ਸੀ, ਪਤਾ ਸੀ ਵੀ 4 ਵਜੇ ਸਿੱਧਾ ਜਿਹੜਾ ਪ੍ਰਸਾਰਣ ਹੈ ਗੁਰਬਾਣੀ ਦਾ ਰੇਡੂਏ ਤੇ ਹੋਣਾ। ਬਜ਼ੁਰਗਾਂ ਨੇ ਫਿਰ ਉਹ 4 ਵਜੇ ਰੇਡੂਆ ਲਾ ਦੇਣਾ, ਫਿਰ ਮਿੱਠੀ ਮਿੱਠੀ ਧੁਨ ਦੀ ਗੁਰਬਾਣੀ ਸਾਰੇ ਘਰ ਦੇ ਵਿੱਚ ਪ੍ਰਕਾਸ਼ ਕਰਦੀ। ਪਹਿਲਾਂ ਆਪਣੇ ਕੋਲੇ ਸਾਧਨ ਨਹੀਂ ਸੀ, ਘੱਟ ਸਾਧਨ ਸੀ, ਪਰ ਹੁਣ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਟੈਲੀਵਿਜ਼ਨ ਨੇ, LED ਲੱਗੀਆਂ ਨੇ ਤੇ ਕੇਬਲਾਂ ਲੱਗੀਆਂ ਨੇ, ਚੈਨਲ ਨੇ ਸਾਡੇ ਘਰਾਂ ਦੇ ਵਿੱਚ। ਕਿਉਂ ਨਾ ਫਿਰ ਅਸੀਂ ਪਾਰ ਬ੍ਰਹਮ ਨੂੰ ਉਹਨਾਂ ਦੇ ਜ਼ਰੀਏ ਚਿੱਤ ਕਰ ਲਿਆ ਕਰੀਏ, ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਦਇਆ ਹੀ ਦਇਆ ਵਰਸੇ। ਅੰਮ੍ਰਿਤ ਵੇਲੇ ਉੱਠਦਿਓ ਜਦੋਂ ਪਹਿਲਾਂ ਉਦੋਂ ਹੀ ਟੈਲੀਵਿਜ਼ਨ ਦੱਬੋ, ਅੰਮ੍ਰਿਤਸਰ ਜਿੱਥੋਂ ਸਿੱਧਾ ਪ੍ਰਸਾਰ ਨਾਲੇ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਨੇ, ਨਾਲੇ ਉੱਥੋਂ ਆਸਾ ਜੀ ਦੀ ਵਾਰ ਦਾ ਕੀਰਤਨ ਆਉਂਦਾ ਹੈ, ਉਸ ਤੋਂ ਬਾਅਦ ਕਥਾ ਆਉਂਦੀ ਹੈ। ਹੋਰ ਚੈਨਲਾਂ 'ਤੇ ਵੀ ਰੱਬ ਦੇ ਪਿਆਰੇ ਕਥਾ ਕੀਰਤਨ ਕਰਦੇ ਹਨ, ਉਹਨਾਂ ਨੂੰ ਜੋ ਜ਼ਰੂਰ ਆਪਣੇ ਘਰ ਦੇ ਵਿੱਚ ਪ੍ਰਕਾਸ਼ ਕਰ ਦਿਆ ਕਰੋ, ਟੈਲੀਵਿਜ਼ਨ ਚਲਾ ਕਰਕੇ ਕੀਰਤਨ ਲਾਇਆ ਕਰੋ। ਪਾਤਸ਼ਾਹ ਜੀ ਦਾ ਜੋ ਹੁਕਮ ਹੈ, ਬਚਨ ਹਨ ਮਹਾਰਾਜ ਜੀ ਦੇ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਚਾਹ ਬਣਾਉਣ ਤੋਂ ਪਹਿਲਾਂ, ਮੂੰਹ ਧੋਣ ਤੋਂ ਵੀ ਪਹਿਲਾਂ ਗੁਰਬਾਣੀ ਕੀਰਤਨ ਲਾ ਦਿਆ ਕਰੀਏ।
ਪਾਤਸ਼ਾਹ ਜੀ ਫਿਰ ਜਦੋਂ ਸਾਡੇ ਘਰ ਦੇ ਵਿੱਚ ਪਾਰ ਬ੍ਰਹਮ ਚਿੱਤ ਆਉਣ ਲੱਗ ਗਿਆ ਨਾ, ਪਾਰ ਬ੍ਰਹਮ ਦੀ ਗੁਰਬਾਣੀ ਚੱਲਣ ਲੱਗ ਪਈ, ਫਿਰ ਸਾਡੇ ਘਰਾਂ ਦੇ ਵਿੱਚ ਦਇਆ ਹੀ ਦਇਆ ਪ੍ਰਕਾਸ਼ ਹੋ ਜਾਣਗੀਆਂ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਦੋਂ ਪਾਰ ਬ੍ਰਹਮ ਚਿੱਤ ਆ ਗਿਆ ਨਾ ਘਰ ਦੇ ਵਿੱਚ, ਫਿਰ ਦਇਆ ਵੀ ਆ ਗਈ। ਫਿਰ ਮਹਾਰਾਜ ਜੀ ਅੱਗੇ ਫਰਮਾਨ ਕਰਦੇ ਹਨ, ਇਸ ਤੋਂ ਬਾਅਦ ਫਿਰ ਕੀ ਹੋਵੇਗਾ? ਸੁਖ ਸਾਗਰ ਗੁਰ ਪਾਇਆ, ਤਾਂ ਸਹਸਾ ਸਗਲ ਮਿਟਾਇਆ। ਜਦੋਂ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਸਾਨੂੰ ਚਿੱਤ ਆਵੇਗਾ ਤਾਂ ਉਹ ਦਇਆ ਦਾ ਵਾਸਾ ਹੋ ਜਾਣਾ। ਮਹਾਂਪੁਰਸ਼ ਇੱਕ ਵਚਨ ਦੱਸਦੇ ਹੁੰਦੇ ਸਨ, ਕਹਿੰਦੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਦੋਂ ਸਾਡੇ ਤੇ ਮਿਹਰ ਕਰਦਿਆਂ ਹੋਇਆਂ ਅੰਮ੍ਰਿਤ ਦੀਆਂ ਦਾਤਾਂ ਦੀ ਬਖਸ਼ਿਸ਼ ਕੀਤੀ। ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਦੀ ਧਰਤੀ ਦੇ ਉੱਪਰ 1699 ਦੀ ਵਿਸਾਖੀ ਨੂੰ ਸਰਬੱਤ ਸੰਗਤਾਂ ਦਾ ਇਕੱਠ ਕੀਤਾ, ਇਕੱਤਰਤਾ ਕੀਤੀ। ਮਹਾਰਾਜ ਨੇ ਉੱਚੇ ਥੜੇ ਦੇ ਉੱਪਰ ਖੜ ਕੇ ਕਿਹਾ ਕਿ ਮੈਨੂੰ ਇੱਕ ਸੀਸ ਦੀ ਲੋੜ ਆ। ਸੰਤ ਹਰਦੇਵ ਸਿੰਘ ਦੱਸਦੇ ਸੀ, ਕਹਿੰਦੇ ਉਹ ਸੀਸ ਨਹੀਂ, ਉਹਨਾਂ ਨੇ ਇੱਕ ਚੀਜ਼ ਪ੍ਰਥਾਏ ਚਲਾਈ ਸੀ। ਉਹ ਕੀ ਸੀ? ਕਹਿੰਦੇ ਕੁਝ ਸਨਾਟਾ ਸਾਇਆ। ਉਸ ਤੋਂ ਬਾਅਦ ਭਾਈ ਦਇਆ ਸਿੰਘ ਉੱਠਿਆ, ਫਿਰ ਧਰਮ ਸਿੰਘ ਉੱਠਿਆ। ਪਹਿਲਾਂ ਦਇਆ ਉੱਠੀ, ਫਿਰ ਧਰਮ ਉੱਠਿਆ, ਫਿਰ ਹਿੰਮਤ ਉੱਠੀ। ਮਹਾਰਾਜ ਜੀ ਇੱਕ ਫਰਮਾਨ ਹੈ, ਆਪਾਂ ਪਹਿਲਾਂ ਵੀ ਆਪ ਜੀ ਦੇ ਨਾਲ ਇਸ ਗ੍ਰੰਥ ਦਾ ਕੀਤਾ ਸੀ ਕਿ ਸਾਰ ਉਕਤਾਵਲੀ ਗ੍ਰੰਥ ਜਦੋਂ ਸੰਪਰਦਾਵਾਂ ਦੇ ਵਿੱਚ, ਵੱਡੀਆਂ ਸੰਪਰਦਾਵਾਂ ਦੇ ਵਿੱਚ ਸੰਥਿਆ ਕਰਵਾਈ ਜਾਂਦੀ ਹੈ, ਉਦੋਂ ਇਹਨਾਂ ਗ੍ਰੰਥਾਂ ਨੂੰ ਪੜ੍ਹਾਇਆ ਜਾਂਦਾ ਹੈ। ਔਰ ਸਾਰ ਉਕਤਾਵਲੀ ਦੇ ਵਿੱਚ ਇਹ ਲੇਖ ਹੈ, ਕਹਿੰਦੇ ਦਇਆ ਧਰਮ ਕਾ ਮੂਲ ਹੈ। ਜਿਹੜੀ ਦਇਆ ਹੈ ਨਾ, ਉਹ ਧਰਮ ਦੀ ਜੜ ਹੈ। ਜਦੋਂ ਦਇਆ ਆਪਣੇ ਹਿਰਦੇ ਦੇ ਵਿੱਚ, ਤਾਂ ਧਰਮ ਦਾ ਦਰਖਤ ਜ਼ਰੂਰ ਲੱਗੇਗਾ। ਪਰ ਦਇਆ ਮੂਲ ਪਾਪ ਅਭਿਮਾਨ, ਜਿਹੜਾ ਪਾਪ ਹੈ ਨਾ, ਉਹਦਾ ਜਿਹੜੀ ਜੜ ਹੈ ਉਹ ਅਭਿਮਾਨ ਹੈ, ਹੰਕਾਰ ਹੈ। ਜਿਹੜੀ ਧਰਮ ਦੀ ਜੜ ਹੈ ਉਹ ਦਇਆ ਹੈ। ਜੋ ਪਾਪ ਦੀ ਜੜ ਹੈ ਇਹ ਹੰਕਾਰ ਹੈ, ਸਾਡਾ ਆਪਣਾ, ਜੋ ਸਾਡੇ ਹਿਰਦੇ ਦੇ ਵਿੱਚ ਹਰ ਸਮੇਂ ਘੁੰਮਦਾ ਰਹਿੰਦਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਸੁਖ ਸਾਗਰ ਗੁਰ ਪਾਇਆ, ਤਾਂ ਸਹਸਾ ਸਗਲ ਮਿਟਾਇਆ। ਗੁਰੂ ਨੇ ਜਦੋਂ ਇਹ ਹਿਰਦਿਆਂ ਦੇ ਵਿੱਚ ਪਾਰ ਬ੍ਰਹਮ ਚਿੱਤ ਆ ਗਿਆ ਨਾ, ਫਿਰ ਸੁਖ ਸਾਗਰ, ਸਾਗਰ ਦਾ ਅਰਥ ਹੈ ਗੁਰਬਾਣੀ ਦੇ ਵਿੱਚ ਸਮੁੰਦਰ। ਆਪ ਜੀ ਸਮੁੰਦਰ ਬਾਰੇ ਜਾਣਦੇ ਹੋ, ਉਹਦਾ ਕੋਈ ਡੂੰਘਾਈ ਦਾ, ਉਹਦੀ ਕੋਈ ਲੰਬਾਈ ਚੜਾਈ ਦਾ ਬੇਮ ਨਹੀਂ ਪਾ ਸਕਿਆ ਵੀ ਇਹ ਇੰਨਾ ਲੰਬਾ, ਇੰਨਾ ਡੂੰਘਾ ਸਮੁੰਦਰ ਹੈ। ਜਿਹੜਾ ਸਾਗਰ ਹੈ, ਸਮੁੰਦਰ ਹੈ, ਉਹਨੂੰ ਕੋਈ ਮਿਣ ਨਹੀਂ ਸਕਿਆ ਵੀ ਇਹਦੀ ਕਿੰਨੀ ਡੂੰਘਾਈ ਹੈ। ਉਹਦੇ ਵਿੱਚ ਕਹਿ ਦਈਏ ਵੀ 500 ਫੁੱਟੇ ਜਿਹੜੇ ਜਹਾਜ਼ ਚੱਲਦੇ ਨੇ, ਬੜੇ ਬੜੇ ਜਹਾਜ਼, ਵੱਡੀਆਂ ਵੱਡੀਆਂ ਬਿਲਡਿੰਗਾਂ, ਜਿਹੜੇ ਇਹ ਸਮੁੰਦਰ ਜਦੋਂ ਆਪਣੀ ਤੇ ਆ ਜਾਂਦਾ ਉਹਨਾਂ ਨੂੰ ਮੂਧੇ ਮਾਰ ਦਿੰਦਾ। ਭਾਵ ਉਹਦੀਆਂ ਛੱਲਾਂ ਮੂਹਰੇ ਏਡੇ ਏਡੇ ਜਹਾਜ਼ਾਂ ਦਾ ਕੋਈ ਕੰਮ ਨਹੀਂ, ਖੜਦਾ ਨਹੀਂ। ਮਹਾਰਾਜ ਜੀ ਕਹਿੰਦੇ ਉਹ ਸੁਖ ਸਾਗਰ, ਗੁਰੂ ਸੁਖ ਸਾਗਰ ਹੈ, ਗੁਰੂ ਸਮੁੰਦਰ ਹੈ, ਉਹਨੂੰ ਪਾਉਣਾ ਕੀਤਾ। ਫਿਰ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਪਾਇਆ ਗਿਆ ਨਾ, ਤਾਂ ਸਹਸਾ ਸਗਲ ਮਿਟਾਇਆ। ਹੁਣ ਜਿਹੜੀਆਂ ਸਾਡੀਆਂ ਸੋਚਾਂ ਨੇ ਵੀ ਐ ਨਾ ਹੋ ਜੇ, ਬਾਹ ਨਾ ਹੋ ਜੇ, ਜੇ ਐ ਹੋ ਗਿਆ ਤਾਂ ਅਸੀਂ ਮਰ ਜਾਵਾਂਗੇ, ਉੱਜੜ ਜਾਵਾਂਗੇ। ਜਿਵੇਂ ਆਪਣੀ ਹੁਣ ਖੇਤੀ ਆ, ਤੇ ਜੇ ਬੱਦਲਬਾਈ ਜੀ ਹੁੰਦੀ ਹੈ ਨਾ, ਆਪਣਾ ਸਾਰਿਆਂ ਦਾ ਜਿੰਨੇ ਆਪਾਂ ਖੇਤੀ ਨਾਲ ਸੰਬੰਧ, ਤਾਂ ਕਾਲਜਾ ਫੜਿਆ ਜਾਂਦਾ ਤੇ ਅਰਦਾਸਾਂ ਕਰਨ ਲੱਗ ਜਾਂਦਾ ਵੀ ਰੱਬਾ ਦੇਖੀ ਹੁਣ ਤਾਂ ਪੱਕੀ ਪਈ ਹੈ, ਜਿਵੇਂ ਤੂੰ ਪਕਾਈ ਆ ਉਵੇਂ ਕਰੀ ਸਾਡੇ ਭੜੋਲਿਆਂ 'ਚ ਪਾ ਦੇ। ਮਹਾਰਾਜ ਜੀ ਸਾਨੂੰ ਉਹ ਸਹਸਾ ਨਾ, ਸਹਸਾ, ਉਹਨੂੰ ਸਹਸਾ ਕਹਿੰਦੇ ਨੇ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਇਹ ਸਹਸਾ ਰੱਬ ਮੁਕਾ ਦਿੰਦਾ ਹੈ। ਉਹ ਕਹਿੰਦੇ ਹਨ, ਗੁਰਬਾਣੀ ਦੇ ਵਿੱਚ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਵੈਸੇ ਉਹ ਗਲਤ ਪੜ੍ਹ ਜਾਂਦੇ ਹਾਂ। ਅਸਲ ਵਿੱਚ ਉਹ ਸ਼ਬਦ ਹੈ
मारै राखै एको आप, मानुख कै किश नाहि हाथ। सानू मारन वाला भी ते सानू रखण वाला भी परमात्मा वाहिगुरू अकाल पुरख है। साढ़े हथ वस कुछ नहीं है। असी तो बस एवें ही अपना जोर जा लाई जाने, जिमें गुरबाणी दे विच भी फरमान है, आखण जोर चुपै नह जोर। ना कोई जोर नाल कह सकदा है, ना कोई जोर नाल चुप कर सकदा है, क्योंकि परमात्मा की मर्जी है। जो कहाउणा है, बुलाउणा है, चुप करवाउणा है, ये परमात्मा करदा है। महाराज जी फरमान करते हैं, तां सहसा सगल मिटाया, सारे सहसे सारियां सोचां सारियां दी निवृत्ति परमात्मा ने कर दी है। हर के नाम की वड्याई, आठ पहर गुण गाई। महाराज जी फरमान करते हैं, ये सारियां किरपा बख्शिशां हरि दे नाम वाहिगुरू की वड्याई करनी, अठे पैर उसके गुण गायन करने हन, ते ओहदे विचों प्राप्त हुंदियां हन। गुर पूरे ते पाई, ये जिहड़ी दात है कित्थों प्राप्त हुंदी है? ये पूरे गुरु दे चरनां दे विचों प्राप्त हुंदी है। पूरे गुरु दा जो पूरा गुरु मेहर कर दिंदा है, मेहरमत करदा है, फिर ये दात प्राप्त हुंदी है। रहाओ महाराज जी रहाओ दा विश्राम दे करके फरमान करते हैं, प्रभ की अकथ कहानी। उस वाहिगुरू अकाल पुरख दी, परमात्मा दी, वाहिगुरू जी की अकथ कहानी है, जिहड़ी कथन तो बाहर है। कोई नहीं कथ सकदा भी वाहिगुरू ये कर सकदा है, ये नहीं कर सकदा, उन्हें आ कर दिता सी, वो तो आ नहीं होया। महाराज जी श्री गुरु अर्जन देव साहब जी पंजवें नानक कह रहे ने, भाई इस वाहिगुरू अकाल पुरख की बड़ी वड्डी अकथ कहानी है, जिहड़े साडे दिमागां तो साडे हिरदियां तो परे। कथा वड्डी हुंदी है ते कहानी छोटी हुंदी है। महाराज जी कहते अकथै का क्या कथिए भाई, इस नूं असीं की कर सकते हैं? अकथा अकथा हर अकथ कथा, कि जाए न जानी राम। वाहिगुरू नूं अकथ लई इसलिए कहा कि वह कथनी का विषा नहीं, मन बाणी शरीर तो परे होने करके उसनूं अकथ कहा है। कोई ओहदा भेद नहीं पा सकता। वाहिगुरू दा जन बोल है अमृत बाणी, इस करके जन दास सेवक गुरसिख रब दे प्यारे, वो अमृत मृत्यु तो रहत करन वाली गुरबाणी नूं बुल है, बोलते हैं, भाव गुरबाणी का जाप करते हैं, पाठ करते हैं। सतगुरां दे अनुसार महाराज जी फरमान करते हैं, आवहो सिख सतगुरु के प्यारे हो, गावहो सच्ची बाणी, वाणी तां गावहो गुरु केरी, वाणी आशिर बाणी। महाराज जी फरमान करते हैं कि ये मेरे गुरु दे सिखो प्यारे हो, आ करके सच्ची बाणी नूं गाउणा करो। सच्ची बाणी दे विचों ये सारियां दातां प्राप्त हुंदियां हन। नानक दास बखाणी, गुर पूरे ते जानी। सतगुरु गुरु अर्जन देव साहब जी महाराज गुरु नानक देव साहब जी के पंजवें स्वरूप फरमान करते हैं, मैं दास ने जो वाहिगुरू की सिफत का बख्यान किया है, ये बख्यान की गल पूरे गुरु श्री गुरु रामदास जी तो जानी है, क्योंकि अधूरे गुरु तो मिलन वाली विचार भी अधूरी हुंदी है। अधूरी विचार वाला मनुख अधूरा ही गिणिया जाता है। विचारक पक्ष तो पूरा होने लई ब्रह्म विचार विच पूरे गुरु तो पूरी मुकम्मल विचार प्राप्त होती है, जिसनों प्राप्त करके सिख विचार विच पूरा हो जाता है। पूरे गुरु की पूरी विचार प्राप्त करके ते सिख की अभेदता हो जाती। इसलिए सिख नूं पूरे गुरु तो मिलिया उपदेश सिख गुरु विच अभेद कर दिंदा है। सिख नूं महाराज जी फरमान करते हैं, गुरु सिख सिख गुरु है, एको गुरु उपदेश चलाए। महाराज जी कहते गुरु तो सिख बनता, सिख तो फिर गुरु बन जाता है। जिमें श्री गुरु नानक देव साहब जी महाराज जी ने अपने प्यारे भाई लहणा जी नूं पहला सिख बनाया अपना, ते फिर लहणे तो परस करके अंगद बना दिता।
ਗੁਰੂ ਬਣਾ ਦਿੱਤਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਫਿਰ ਇੱਕੋ ਗੁਰੂ ਉਪਦੇਸ਼ ਚਲਾਏ। ਫਿਰ ਇੱਕੋ ਉਪਦੇਸ਼ ਚੱਲਦਾ ਹੈ, ਚੱਲਣਾ ਕੀਤਾ, ਕਿਉਂਕਿ ਗੁਰੂ ਅਤੇ ਸਿੱਖ ਵਿੱਚ ਇੱਕੋ ਉਪਦੇਸ਼ ਚੱਲ ਰਿਹਾ, ਇਸ ਲਈ ਭੇਦਤਾ ਦਰਸਾਈ ਗਈ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਪੂਰੇ ਗੁਰ ਤੇ ਜਾਣੀ। ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਸਮੇਤ ਜਾ ਰਹੇ ਸਨ। ਰਸਤੇ ਦੇ ਵਿੱਚ ਇੱਕ ਬਹੁਤ ਭਾਰੀ ਅਜਗਰ ਮਿਲਿਆ, ਜਿਹਨੂੰ ਅਸੀਂ ਆਪਣੀ ਬੋਲੀ 'ਚ ਇੱਧਰਲੇ ਮਾਲਵੇ ਵਾਲੇ ਪਾਸੇ ਸਰਾਲ ਕਹਿ ਦਿੰਦੇ ਹਾਂ। ਉਹ ਸਰਾਲ ਮਿਲੀ, ਉਹ ਬਹੁਤ ਭਾਰੀ ਸੀ, ਉਹ ਤੋਂ ਤੁਰਿਆ ਨਾ ਜਾਵੇ, ਤੇ ਨਾਲ ਉਹਦੇ ਵਿੱਚ, ਉਹਦੇ ਸਰੀਰ ਦੇ ਵਿੱਚ ਇਸ ਤਰ੍ਹਾਂ ਕਿਰਮ ਹੋਣ, ਉਹਦੇ ਸਰੀਰ ਨੂੰ ਖਾਣ, ਉਹ ਬੜਾ ਅੱਗ ਦੀ ਤਰ੍ਹਾਂ ਉਹ ਮੱਚਿਆ ਕਰੇ। ਮਹਾਰਾਜ ਕਹਿਣ ਲੱਗੇ, ਭਾਈ, ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਇਹ ਕੀ ਚੀਜ਼ ਹੈ, ਕੀ ਵਰਤਾਰਾ ਹੈ? ਮਹਾਰਾਜ ਕਹਿਣ ਲੱਗੇ, ਭਾਈ ਇਹ ਗੁਰੂ ਹੈ, ਇਹ ਕੱਚਾ ਗੁਰੂ ਹੈ, ਅਧੂਰਾ ਗੁਰੂ ਹੈ, ਤੇ ਇਹਦੇ ਵਿੱਚ ਇਹਨੂੰ ਖਾਣ ਵਾਲੇ ਇਹਦੇ ਜਿਹੜੇ ਚੇਲੇ ਹਨ, ਕਿਉਂਕਿ ਅਧੂਰਾ ਹੋਣ ਕਰਕੇ ਆਪਣੇ ਚੇਲਿਆਂ ਨੂੰ ਇਹ ਪੂਰੀ ਸਿੱਖਿਆ ਨਹੀਂ ਦੇ ਸਕਿਆ। ਸਿੱਖਿਆ ਤੋਂ ਬਿਨਾਂ ਚੇਲੇ ਭਵ ਸਾਗਰ ਤੋਂ ਪਾਰ ਨਹੀਂ ਹੋਏ, ਇੱਥੇ ਡੁੱਬ ਗਏ। ਹੁਣ ਇਹਦੇ ਪੇਟ ਦੇ ਵਿੱਚ ਜੀਵ ਬਣ ਕਰਕੇ ਇਹਨੂੰ ਤੰਗ ਕਰ ਰਹੇ ਨੇ। ਮਹਾਰਾਜ ਜੀ ਨੇ ਸਿੱਖਾਂ ਦੇ ਸਾਹਮਣੇ ਉਹਦਾ ਤੀਰ ਮਾਰ ਕੇ ਉਧਾਰ ਕੀਤਾ। ਇਸ ਤਰ੍ਹਾਂ ਮਹਾਰਾਜ ਜੀ ਫਰਮਾਨ ਕਰਦੇ ਹਨ, ਪੂਰੇ ਗੁਰ ਤੇ ਜਾਣੀ। ਪ੍ਰਭ ਕੀ ਜਿਹੜੀ ਇਕੱਥ ਕਥਾ ਹੈ, ਇਹ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਅਧੂਰੇ ਜਿਹੜੇ ਗੁਰੂ ਹਨ, ਉਹ ਤਾਂ ਜਿਵੇਂ ਆਪਾਂ ਸੁਣਦੇ ਹਾਂ ਵੀ ਕੰਨਾਂ ਵਾਟੀ ਘੁਰ ਕਰਦੇ ਹਨ। ਤੂੰ ਮੇਰਾ ਚੇਲਾ, ਮੈਂ ਤੇਰਾ ਗੁਰੂ। ਪਹਿਲਾਂ ਕਹਾਵਤ ਕਹਿੰਦੇ ਹੁੰਦੇ, ਕੰਨਾਂ ਵਾਟੀ ਘੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਭਾਵ ਐਸਾ ਹੈ। ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਆਪਣੇ ਸਿੱਖਾਂ ਦੇ ਉੱਪਰ, ਆਪਣੇ ਪਿਆਰਿਆਂ ਦੇ ਉੱਪਰ। ਅੱਜ ਦੇ ਇਸ ਮੁੱਖ ਵਾਕ ਦੀ ਕਥਾ ਆਪ ਜੀ ਨੇ ਸ਼੍ਰਵਣ ਕੀਤੀ, ਜਿਸ ਵਿੱਚ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਿਸ ਘਰ ਦੇ ਵਿੱਚ ਪ੍ਰਮਾਤਮਾ ਦੀ ਦਇਆ, ਸਿਮਰਨ, ਨਾਮ ਸਿਮਰਨ ਹੁੰਦਾ ਹੈ, ਗੁਰਬਾਣੀ ਪੜ੍ਹੀ ਜਾਂਦੀ ਹੈ, ਉਸ ਘਰ ਦੇ ਵਿੱਚ ਪ੍ਰਮਾਤਮਾ ਦੀ ਦਇਆ ਬਖਸ਼ਿਸ਼ ਹੁੰਦੀ ਹੈ। ਆਓ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਪੜ੍ਹੀਏ, ਗੁਰਬਾਣੀ ਸੁਣੀਏ ਤੇ ਗੁਰਬਾਣੀ ਦੇ ਨਾਲ ਮੋਹ ਪਾਈਏ। ਸਾਡੇ ਘਰਾਂ ਦੇ ਵਿੱਚ ਵੀ ਪ੍ਰਮਾਤਮਾ ਦੀ ਦਇਆ ਦੀ ਜਿਹੜੀ ਬਖਸ਼ਿਸ਼ ਹੈ ਉਹ ਹੋ ਜਾਵੇ। ਹੋਈਆਂ ਭੁੱਲਾਂ ਦੀ ਮਾਫੀ। ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕਰੀਏ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖਿਲੈ ਸਗਲ ਚੰਗਿਆਈਆ ਬੁਰਿਆਈਆ, ਬਾਚੈ ਧਰਮ ਕਰਮੀ ਆਪੋ ਆਪਣੀ, ਕੇ ਨੇੜੈ ਜਿਨੀ ਨਾਮ ਧਿਆਇਆ, ਗਏ ਮਸਕਤ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਜਿਨੀ ਨਾਮ ਧਿਆਇਆ, ਗਏ ਮਸਕਤ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।